नहीं चलेगी, नहीं चलेगी। मजीठिया साहब मुर्दाबाद, मुर्दाबाद, मुर्दाबाद। 5 बजे भूखे पास बैठे, 5 बजे निकला हम लोग। आपके ऑफिसर्स भी खड़े, आप क्यों क्यों? सेल्फी ले रहे हो? एक मिनट अलीमी से बात कीजिए। गुंडागर्दी नहीं चलेगी, नहीं चलेगी, नहीं चलेगी। अमृतसर पूर्वी विधानसभा हलके से चुनाव लड़ रहे भाजपा के उम्मीदवार पूर्व आईएएस अधिकारी डॉक्टर जगमोहन सिंह राजू ने अपने समर्थकों के समेत आज हॉल गेट के बाहर धरना लगा दिया। राजू का आरोप है कि ईस्ट विधानसभा हलके में गुंडागर्दी जोरों पर है। 2 फरवरी को उन्होंने पुलिस कमिश्नर को पत्र लिखा था कि इस इलाके में गुंडागर्दी हो रही है, उन्हें प्रचार नहीं करने दिया जा रहा। यहां तक कि उनके परिवार के सदस्यों और उनके समर्थकों को भी धमकाया जा रहा है। ये गुंडागर्दी इतनी बढ़ गई कि आज उनके परिवार के सदस्यों को एक बार फिर से ड्रग तस्करों की ओर से धमकाया गया। इसी को लेकर उन्होंने इलेक्शन कमीशन को भी एक पत्र लिखा है, जिस पर अभी तक कोई कार्रवाई नहीं हुई है। डॉक्टर राजू के साथ धरने पर राजेश हनी, सांसद श्वेत मलिक और दूसरे समर्थक भी बैठ गए। राजू ने यह चेतावनी दी कि जब तक इस इलाके में गुंडागर्दी समाप्त नहीं होगी और गुंडा अंसरों पर कार्रवाई नहीं होगी, वह धरने से नहीं उठेंगे। इसी दौरान वहां से गुजर रही सुरक्षा कर्मियों की गाड़ी भी जाम में फंस गई, तो उन्होंने गाड़ी से उतरकर जाम खुलवाने की कोशिश की। इसी दौरान कुछ समर्थकों के साथ उनकी हल्की नोक-झोंक भी हुई। आपको यह भी बता दें कि अमृतसर पूर्वी विधानसभा सीट जो है इस समय पूरे प्रदेश में केंद्र का बिंदु बनी हुई है, क्योंकि यहां से कांग्रेस के प्रदेश अध्यक्ष नवजोत सिंह सिद्धू और विक्रम मजीठिया चुनाव लड़ रहे हैं। इसके अलावा डॉक्टर जगमोहन राजू, जो कि आईएएस अधिकारी थे, उन्होंने अपने पद से इस्तीफा देकर इसी जगह से चुनाव लड़ रहे हैं। भाजपा ने उन्हें चुनाव मैदान में उतारा है। वहीं आम आदमी पार्टी की जीवन जोत कौर भी यहीं से चुनाव मैदान में है। तो मैं पहली बारी कमिश्नर पुलिस ਨੂੰ चिट्ठी दस्ती ਦਿੱਤੀ ਆ। ਪਹਿਲੀ ਵਾਰੀ ਕਮਿਸ਼ਨਰ ਪੁਲਿਸ ਨੂੰ 2 ਤਰੀਕ ਨੂੰ ਦਸਤੀ ਦਿੱਤੀ ਵੀ ਇੱਥੇ ਗੁੰਡਾਗਰਦੀ ਬਹੁਤ ਹੈ, ਇੱਥੇ ਡਰੱਗਸ ਦੇ ਕਾਟਲ ਔਰ ਉਹਨਾਂ ਦੇ ਮੌਂਬਲੀ ਇੱਥੇ ਬੈਠੇ ਨੇ ਤੇ ਤੁਸੀਂ ਸੰਭਾਲੋ ਇਸ ਅਸੈਂਬਲੀ ਨੂੰ। ਉਹਨਾਂ ਨੇ 2 ਤਰੀਕ ਹੋ ਗਈ ਤੇ ਅੱਜ ਕਿੰਨੀ ਤਰੀਕ ਹੈ? ਅੱਜ 12 ਤਰੀਕ ਹੈ। ਕੋਈ ਕੰਮ ਨਹੀਂ ਕੀਤਾ, ਕੁਛ ਨਹੀਂ ਐਕਸ਼ਨ ਹੋਇਆ ਉਸ ਚਿੱਠੀ ਤੇ। ਕੱਲ ਮੈਂ ਇਲੈਕਸ਼ਨ ਕਮਿਸ਼ਨ ਨੂੰ ਦੁਬਾਰਾ ਚਿੱਠੀ ਦਿੱਤੀ ਆ ਕਿ ਜੀ ਆਹ ਹਾਲ ਇੱਥੇ ਹੋ ਰਿਹਾ ਹੈ। ਸਾਰੇ ਦਾ ਸਾਰਾ ਮਾਫੀਆ ਇੱਥੇ ਆ ਕੇ, ਸਾਰੇ ਦਾ ਸਾਰੇ ਬਾਹੂਬਲੀ ਆ ਕੇ ਇੱਥੇ ਬਹਿ ਗਏ ਨੇ ਔਰ ਸਾਨੂੰ ਇੱਕ ਫ੍ਰੀ ਔਰ ਫਿਰ ਇਲੈਕਸ਼ਨ ਹੋਣ ਦਾ ਕੋਈ ਉਮੀਦ ਨਹੀਂ ਹੈ। ਹੁਣ ਕੱਲ ਮੈਂ ਤੁਹਾਨੂੰ ਕਿਹਾ ਸੀਗਾ ਕਿ ਜੇ ਉਹਨਾਂ ਨੇ ਐਕਸ਼ਨ ਨਹੀਂ ਲਿੱਤਾ ਤੇ ਅਸੀਂ ਧਰਨੇ ਤੇ ਬੈਠਾਂਗੇ, ਲੇਕਿਨ ਅੱਜ ਜਿਹੜਾ ਹੈ ਪਾਣੀ ਸਿਰੋਂ ਉੱਤੇ ਲੰਘ ਗਿਆ। ਮੇਰੀ ਵਾਈਫ ਤੇ ਤੀਜੀ ਵਾਰੀ ਇੱਕ ਦਿਨ ਤੇ ਪਹਿਲਾਂ ਕੱਲ ਅਟੈਕ ਹੋਇਆ ਸੀ 30 ਨੰਬਰ ਵਾਰਡ 'ਚ ਤੇ ਅੱਜ ਦੂਜੀ ਵਾਰੀ 2 ਵਾਰ ਅਟੈਕ ਹੋਇਆ। ਪਹਿਲਾਂ 11:15 11:30 ਵਜੇ ਜੀ ਔਰ ਹੁਣ 4:15 ਵਜੇ। ਔਰ ਦੁੱਖ ਦੀ ਗੱਲ ਇਹ ਆ ਕਿ 4:15 ਵਜੇ ਮੇਰੇ ਮੋਬਾਈਲ ਤੋਂ ਕਮਿਸ਼ਨਰ ਸਾਹਿਬ ਨੂੰ 10 ਫੋਨ ਗਏ ਤੇ ਉਹਨਾਂ ਨੇ ਫੋਨ ਨਹੀਂ ਚੱਕਿਆ। ਕੀ ਮੰਗ ਕਰਦੇ ਹੋ ਹੁਣ ਕਿ ਜਿਸ ਤਰ੍ਹਾਂ ਚੋਣਾਂ ਦਾ ਸਮਾਂ ਹੈ ਔਰ ਇਸ ਤਰ੍ਹਾਂ ਦੀ ਹਰਕਤਾਂ ਕੀਤੀਆਂ ਜਾ ਰਹੀਆਂ? ਮੈਂ ਇਹ ਕਹਿਣਾ ਹੈ ਜੀ ਕਿ ਮਜੀਠੀਆ ਸਾਹਿਬ ਦੇ ਉੱਤੇ ਥੋੜੀ ਨਕੇਲ ਪਾਏ ਇਲੈਕਸ਼ਨ ਕਮਿਸ਼ਨ। ਉਹਨਾਂ ਦੇ ਜਿਹੜੇ ਸਾਰੇ ਇੱਥੇ ਗੁੰਡੇ ਘੁੰਮਦੇ ਨੇ, ਨਸ਼ਈ ਘੁੰਮ ਰਹੇ ਨੇ, ਉਹਨਾਂ ਦੇ ਸ਼ਹਿਰ ਤੇ ਘੁੰਮ ਰਹੇ ਨੇ, ਉਹਨਾਂ ਨੂੰ ਪ੍ਰੀਵੈਂਟਿਵ ਅਰੈਸਟ ਚੱਕਣ। ਸਾਰੀ ਪੁਲਿਸ ਲਗਾਉਣ, ਪੰਜਾਬ ਪੁਲਿਸ ਨਹੀਂ ਸੈਂਟਰਲ ਫੋਰਸਿਸ ਲਗਾਉਣ ਇਹਨਾਂ ਏਰੀਆ ਵਿੱਚ, ਤਾਂ ਕਿ ਮੇਰੇ ਵਰਕਰਸ ਨੂੰ ਸਿਕਿਉਰਿਟੀ ਦੇਣ। ਹਰ ਇੱਕ ਵਰਕਰ ਨੂੰ ਥ੍ਰੈਟ ਆ ਰਹੀ ਆ। ਤੇ ਜੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਤੇ ਅਗਲਾ ਤੁਹਾਡਾ ਕੀ ਹੋਵੇਗਾ? ਮੈਂ ਪਹਿਲਾਂ ਹੀ ਕਿਹਾ ਸੀ ਨਾ, ਕੱਲ ਇਹ ਸਵਾਲ ਮੈਨੂੰ ਪੁੱਛਿਆ ਸੀ ਜੇ ਐਕਸ਼ਨ ਨਹੀਂ ਹੋਏਗਾ ਤਾਂ ਕੀ ਹੋਏਗਾ। ਮੈਂ ਕਿਹਾ ਸੀ ਮੈਂ ਭੁੱਖ ਹੜਤਾਲ ਤੇ ਬੈਠਾਂਗਾ ਤੇ ਅੱਜ ਉਹ ਪਾਣੀ ਸਿਰ ਤੋਂ ਲੰਘ ਗਿਆ, ਇਸ ਲਈ ਮੈਂ ਭੁੱਖ ਹੜਤਾਲ ਤੇ ਬਹਿ ਗਿਆ। ਕੀ ਇਨਸਾਫ ਦੀ ਮੰਗ ਕਰਦੇ ਹੋ? ਕਿਸ ਤਰ੍ਹਾਂ ਹੱਲ ਕੀਤਾ ਜਾਏ? ਨਹੀਂ ਜੀ, ਇਹ ਪੁਲਿਸ ਦਾ ਕੰਮ ਹੈ, ਮੇਰਾ ਕੰਮ ਨਹੀਂ ਹੈ ਜੀ। ਪਰ ਪੁਲਿਸ ਇੰਸਪੈਕਟਰ ਉੱਥੇ ਸੀ, ਉਹਨੇ ਬੰਦੇ ਨੂੰ ਫੜਿਆ, ਉਹਨੇ ਕਿਹਾ ਕਿ ਜੀ ਇਹ ਇਦਾਂ ਨਹੀਂ ਆਂਦੇ, ਇਹਨਾਂ ਨੂੰ ਭੇਜਿਆ ਜਾਂਦਾ ਹੈ। ਕੋਰਟ ਤੇ ਆ ਰਹੀ ਸੀ ਮੈਂ ਤੇ ਡਰਾਈਵਰ ਕੋਈ ਨਹੀਂ ਸੀ ਔਰ ਗੱਡੀ 'ਚ ਤੇ ਗੱਡੀ 3-4 ਮੁੰਡੇ ਆਏ ਗੁੰਡੇ ਵਰਗੇ, ਉਹਨਾਂ ਨੇ ਗੱਡੀ ਸਾਡੀ ਰੋਕ ਲਈ। ਸੜਕ ਚਲਦੀ ਹੋਈ ਗੱਡੀ ਤੇ ਖਿੜਕੀ ਮੇਰੀ ਖੁੱਲੀ ਹੋਈ ਸੀ ਤੇ ਮੇਰਾ ਇਹ ਦੁਪੱਟਾ ਖਿੱਚਿਆ ਔਰ ਗਲੇ ਪਕੜਨ ਦੀ ਕੋਸ਼ਿਸ਼ ਕੀਤੀ ਤੇ ਮੈਂ ਡਰਾਈਵਰ ਨੂੰ ਕਿਹਾ ਤੁਸੀਂ ਛੇਤੀ ਚਲੋ ਤੇ ਅਸੀਂ ਨਿਕਲ ਗਏ। ਓਕੇ, ਫਿਰ ਅਸੀਂ ਮੁਕਮਪੁਰੇ ਕੈਂਪੇਨਿੰਗ ਕਰ ਰਹੇ ਸੀ ਤੇ ਮੇਰੇ ਡਾਟਰ ਤੇ ਡਾਟਰ ਇਨ ਲਾਅ ਸਟicker ਲਾ ਰਹੇ ਸੀ ਤੇ ਗੁੰਡੇ ਉਹਨਾਂ ਦੇ
ਪਿੱਛੇ ਤੰਗ ਕਰ ਰਹੇ ਸੀ ਉਹਨਾਂ ਨੂੰ। ਫਿਰ ਸਾਨੂੰ ਇੱਕਦਮ ਤੋਂ ਫੋਨ ਆਇਆ ਕਿ ਡਰਾਈਵਰ ਮਤਲਬ ਕਿਸੇ ਦਾ ਫੋਨ ਆਇਆ ਕਿ ਡਰਾਈਵਰ ਖੜਿਆ ਹੋਇਆ ਸੀ, ਉਹਨੂੰ ਧੱਕਾ ਧੁੱਕਾ ਮਾਰ ਕੇ ਗੱਡੀ ਦੀ ਚਾਬੀ ਖੋਹ ਲਿੱਤੀ ਉਹਦੇ ਕੋਲ, ਤੇ ਦੂਜੇ ਡਰਾਈਵਰ ਦੇ ਉਹ ਅੰਦਰ ਗੱਡੀ ਬੰਦ ਕਰਕੇ ਬਹਿ ਗਿਆ ਤੇ ਉਹਦੀ ਗੱਡੀ ਹਿਲਾ ਰਹੇ ਸੀ ਕਿ ਚਾਬੀ ਦੇ ਨਿਕਲ ਇੱਥੋਂ। ਤੇ ਅਸੀਂ ਆਏ, ਫਿਰ ਇੰਸਪੈਕਟਰ ਸਾਹਿਬ ਆਏ, ਉਹ ਮੁੰਡੇ ਨੂੰ ਫੜਿਆ। ਉਹ ਕਹਿੰਦਾ ਹੱਥ ਨਾ ਲਾਓ ਮੈਨੂੰ, ਤੁਸੀਂ ਤੁਹਾਨੂੰ ਪਤਾ ਨਹੀਂ ਮੈਂ ਕੌਣ ਹਾਂ, ਮੈਂ ਕਿਹੜਾ ਬੰਦਾ ਹਾਂ, ਮੈਂ ਕਿੱਦਾਂ ਬੰਦਾ ਹਾਂ, ਤੁਹਾਨੂੰ ਨਹੀਂ ਪਤਾ। ਤੇ ਐਨੀਵੇ ਅਸੀਂ ਚਾਬੀ ਵਾਪਸ ਲਿੱਤੀ, ਪਰ ਇਹ ਉੱਤੇ ਫਿਰ ਮਤਲਬ ਇੰਸਪੈਕਟਰ ਫਿਰ ਸਾਰੇ ਆ ਗਏ ਤੇ ਇਹ ਸਾਰਾ ਕੁਝ ਹੋਇਆ ਅੱਜ ਦੁਪਹਿਰ। ਹਥਿਆਰ ਵੀ ਸੀਗਾ ਉਹਨਾਂ ਕੋਲ, ਹਥਿਆਰ ਸੀਗਾ ਵੀ ਉਹਨਾਂ ਕੋਲ। ਸਾਨੂੰ ਕੀ ਪਤਾ ਜੀ ਅੰਦਰ ਕੀ ਲੈ ਕੇ ਘੁੰਮ ਰਹੇ ਨੇ। ਹੁਣ ਤੱਕ ਕਿਹੜੇ ਬੰਦੇ ਸੀਗੇ, ਕਿਸ ਤਰ੍ਹਾਂ ਸਾਨੂੰ ਨਹੀਂ ਪਤਾ। ਮੈਨੂੰ ਇਹ ਪਤਾ ਹੈ ਉਹਨੇ ਇੱਕ ਟੋਪੀ ਜੀ ਪਾਈ ਹੋਈ ਸੀ ਤੇ ਉਹ ਕੋਈ ਧਮਕੀ ਦਿੱਤੀ ਗਈ ਉਹਨਾਂ ਵੱਲੋਂ? ਹਾਂ, ਉਹ ਕਹਿ ਕੇ ਗਿਆ ਹੱਥ ਨਾ ਲਾਣਾ ਮੈਨੂੰ, ਤੁਹਾਨੂੰ ਪਤਾ ਨਹੀਂ ਮੈਂ ਕਿੱਦਾਂ ਬੰਦਾ ਹਾਂ, ਤੇ ਫਿਰ ਇਸ ਤਰ੍ਹਾਂ ਕਹਿ ਰਹੇ। ਇਸ ਤਰ੍ਹਾਂ ਕਿ ਕੈਂਡੀਡੇਟ ਤੇ ਇਲਜ਼ਾਮ ਲਗਾਇਆ ਜਾ ਰਿਹਾ, ਕੋਈ ਹੋਰ ਕੈਂਡੀਡੇਟ ਦਾ ਵੀ ਹੋ ਸਕਦਾ, ਪਰ ਹਜੇ ਤੱਕ ਪਤਾ ਲੱਗਾ ਜੀ ਕੁਝ ਨਹੀਂ। ਸਾਨੂੰ ਤਾਂ ਪੁਲਿਸ ਦਾ ਕੰਮ ਹੈ ਨਾ ਪਤਾ ਕਰਨਾ, ਸਾਨੂੰ ਕੀ ਪਤਾ, ਮਤਲਬ ਇਹ ਮੇਰਾ ਕੰਮ ਨਹੀਂ। ਕਿੱਥੇ ਸਵੇਰੇ 3 ਜਾਂ 4 ਸੀ, ਪਰ ਇੱਕ ਬੰਦੇ ਨੇ ਹੱਥ ਪਾਇਆ ਸੀ ਖਿੜਕੀ ਦੇ ਅੰਦਰ। ਕਿੱਥੇ? ਸ਼ਾਮੀ ਉਹਨਾਂ ਵੱਲੋਂ ਕੋਈ ਨਾਅਰੇਬਾਜ਼ੀ ਕੀਤੀ ਗਈ ਸੀ? ਅਸੀਂ ਨਹੀਂ ਉਹ ਤੇ ਨਹੀਂ ਸੀ, ਪਰ ਉਹ ਕੁੰਡੇ ਸਾਡੇ ਪਿੱਛੇ ਘੁੰਮ ਰਹੇ ਸੀ। ਵਿਕਰਮ ਤੇ ਦੋਸ਼ ਸਾਡਾ ਇਹ ਮੇਰਾ ਏਰੀਆ ਜੀ, ਮੈਂ ਨਹੀਂ ਪੁਲਿਸ ਪਤਾ ਹੀ ਹੈ ਸਭ ਨੂੰ ਕੀ ਹੋ ਰਿਹਾ ਹੈ ਤੇ ਇੰਨੀ ਗੁੰਡਾਗਰਦੀ ਹੋ ਰਹੀ ਹੈ। ਸਕਦੇ ਜਾਂ ਕਿਸ ਤਰ੍ਹਾਂ? अब ये पुलिस पता करेगी कि कौन है। ਵਿਕਰਮ ਤੇ ਦੋਸ਼ ਲਗਾਏ नहीं विक्रम ते दोष, एक मिनट, दोष सानू सब नू पता है, उत्ते सारे झंडे अकालियां दे लगे हुए ने पूरे मुक्कमपुरे च, ओके। तो सानू भी पता है, उत्ते असी 2-4 घरां च गए, उन्होंने कहा साडे इलेक्शन नू लेके हर एक पार्टी अपने झंडे लगा। एक मिनट असी मैनू नहीं पता, मैं ये कह रही हां कि कुछ घरां च असी गए, उत्ते लोकां ने कहा कि नहीं असी ते अकाली दल वाले इत्थे नहीं करो। जिस तरह कल असी गए सी वार्ड 30, उत्ते भी उन्होंने रोक लिता सानू, वो भी उन्होंने कहा कि चलो तुसी, ते ਇਹ ਹੋਇਆ। ਨਹੀਂ, ਮੈਂ ਸਮਝਣਾ ਕਿ ਲੋਕਤੰਤਰ ਦੀ ਹੱਤਿਆ ਹੈ ਕਿ ਇੱਕ ਪ੍ਰਤਿਆਸ਼ੀ ਨੂੰ ਚੁਣਾਵ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ, ਔਰ ਚੁਣਾਵ ਕਮਿਸ਼ਨ ਨੂੰ, ਐਡਮਿਨਿਸਟ੍ਰੇਸ਼ਨ ਨੂੰ ਪ੍ਰਤਿਆਸ਼ੀ ਵੱਲੋਂ 2 ਤਰੀਕ ਦੀ ਇਹ ਇੰਟੀਮੇਸ਼ਨ ਦੇ ਦਿੱਤੀ ਗਈ ਹੈ ਜੋ ਕੁਝ ਹੋ ਰਿਹਾ ਹੈ, ਪਰ ਕੋਈ ਕਾਰਵਾਈ ਨਹੀਂ ਹੋਈ। ਮੈਂ ਇਹਨੂੰ ਸਿੱਧੇ ਤੌਰ ਤੇ ਸਮਝਾਂਗਾ ਕਿ ਇਹ ਚੋਣਾਂ ਹੀ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ। ਜਦ ਖੇਤੀ ਕਾਨੂੰਨ ਨਹੀਂ, ਹੁਣ ਖੇਤੀ ਕਾਨੂੰਨ ਦਾ ਟਾਈਮ ਨਹੀਂ ਹੈਗਾ ਜੀ, ਅੱਜ ਦਾ ਟਾਈਮ ਨਹੀਂ ਹੈ ਜੀ, ਇਹ ਅੱਜ ਦਾ ਟਾਈਮ ਹੈ ਕਿ ਇਹ ਲਾਅ ਐਂਡ ਆਰਡਰ ਮੇਨਟੇਨ ਫ੍ਰੀ ਐਂਡ ਫੇਅਰ ਇਲੈਕਸ਼ਨ, ਜੋ ਕਿ ਕਾਨੂੰਨ ਹੈ ਚੁਣਾਵ ਦਾ, ਉਹਦੀ ਪਾਲਣਾ ਹੋਣੀ ਚਾਹੀਦੀ ਹੈ, ਜੋ ਨਹੀਂ ਹੋ ਰਹੀ ਪੂਰਬੀ ਹਲਕੇ ਦੇ ਵਿੱਚ। ਮੇਰੇ ਇਲੈਕਸ਼ਨ ਇੰਚਾਰਜ ਨੂੰ ਸਿੱਧੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ, ਮੇਰੇ ਵਰਕਰਸ ਨੂੰ ਸਿੱਧੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ। ਇਹ ਇਲੈਕਸ਼ਨ ਹੋ ਰਹੀ ਹੈ ਇੱਥੇ ਕਿ ਤਮਾਸ਼ਾ ਹੋਇਆ? ਕਿਸ ਨੂੰ ਦੋਸ਼ੀ ਸਮਝਦੇ ਹੋ, ਕਿਹੜੇ ਵਿਰੋਧੀਆਂ ਦੇ? ਕਿ 3 ਪਾਰਟੀਆਂ ਹੋਰ ਨੇ ਉਸ ਕੌਂਸਟੀਚੁਐਂਸੀ। ਮੈਂ ਸਮਝਣਾ ਜੀ ਕਿ ਦੋਸ਼ੀ ਤੁਸੀਂ ਢੂੰਡਣਾ ਹੈ, ਪਰ ਮੇਰਾ ਇਹ ਕਹਿਣਾ ਹੈਗਾ ਕਿ ਜਿਹੜਾ ਲੋਕਤੰਤਰ ਦੀ ਬਹਾਲੀ ਔਰ ਸ਼ਾਂਤੀ ਬਹਾਲ ਕਰਨੀ ਹੈ, ਇਹ ਪੁਲਿਸ ਦਾ ਕੰਮ ਹੈਗਾ। ਇਹਨਾਂ ਨੂੰ ਪੁੱਛੋ, ਉੱਥੇ ਜਾ ਕੇ ਪੁਲਿਸ ਅਫਸਰ ਜੋ ਮੈਡਮ ਦੇ ਕੋਲ ਆਇਆ, ਉਹਨੂੰ ਉਹ ਨਸ਼ਈ ਜਿਹੜਾ ਹੈਗਾ ਧਮਕਾ ਰਿਹਾ ਕਿ ਤੈਨੂੰ ਪਤਾ ਮੈਂ ਕਿਹਦਾ ਬੰਦਾ ਹੈਗਾ। ਇਸ ਤੋਂ ਵੱਡੀ ਗੱਲ ਉਹਨੂੰ ਪੁੱਛੋ ਨਾ, ਇਹ ਸਿਕਿਉਰਿਟੀ ਪੁੱਛੇ, ਕੁਛ ਨਹੀਂ ਹੋਇਆ ਜੀ, ਕੁਛ ਨਹੀਂ ਹੋਇਆ। ਡੀਐਸਪੀ ਸਾਹਿਬ, ਸਰ ਅਸੀਂ ਇੱਥੇ ਬੈਠੇ ਹਾਂ, ਜੇ ਤੁਸੀਂ ਪ੍ਰੀਵੈਂਟਿਵ ਅਰੈਸਟ ਕਰਨੀ ਹੈ ਤੇ ਮੇਰੀ ਅਰੈਸਟ ਕਰ ਲਓ, ਮੈਂ ਉੱਠਣ ਵਾਲਾ ਹੈ ਨਹੀਂ। ਤੁਸੀਂ ਲਾਠੀ ਚਾਰਜ ਕਰਨਾ, ਲਾਠੀ ਚਾਰਜ ਕਰ ਲਓ। ਜਦ ਤਾਈਂ ਤੁਹਾਡਾ ਕਮਿਸ਼ਨਰ ਪੁਲਿਸ ਨਹੀਂ ਆਂਦਾ ਤੇ ਲੋਕਲ ਅਬਜ਼ਰਵਰ ਨਹੀਂ ਆਂਦਾ, ਡੀਸੀ ਨਹੀਂ ਆਂਦਾ, ਮੈਂ ਇੱਥੋਂ ਨਹੀਂ ਉੱਠਣਾ। ਕਮਿਸ਼ਨਰ ਆਣਗੇ, ਅਬਜ਼ਰਵਰ ਆਣਗੇ, ਡਿਸਟ੍ਰਿਕਟ ਇਲੈਕਸ਼ਨ ਆਫੀਸਰ ਆਏਗਾ, ਸਾਡੇ ਨਾਲ ਗੱਲ ਕਰਨਗੇ। ਨਾ ਕੋਈ ਕਾਰਵਾਈ ਨਹੀਂ ਕਰਵਾਣੀ। ਨਹੀਂ, ਤੁਹਾਨੂੰ ਮੈਂ ਬੁਲਵਾਇਆ ਜੀ, ਮੈਂ ਤੁਹਾਨੂੰ ਬੁਲਵਾਇਆ। ਮੈਂ ਬੁਲਵਾਇਆ ਨਹੀਂ, ਮੇਰੀ ਡਿਊਟੀ ਹੈ। ਦੱਸੋ ਫਿਰ ਤੁਸੀਂ ਕੀ ਡਿਊਟੀ ਕਰਨੀ? ਤੁਸੀਂ ਮੈਨੂੰ ਮਾਰਨ ਆਏ ਹੋ? ਮਾਰ ਨਹੀਂ ਆਇਆ। ਹਾਂ, ਡੰਡੇ ਮਾਰੋਗੇ? ਨਹੀਂ, ਤੁਸੀਂ ਡੰਡੇ ਮਾਰੋਗੇ? ਹਾਂ ਹਾਂ, ਦੱਸੋ ਕੀ ਕਰੋਗੇ? ਹਾਂ, ਕਹਿ ਰਹੇ ਵੀ ਡੰਡੇ ਮਾਰ। ਧੁੱਪੇ ਬੈਠੇ ਕਿਉਂ ਤੰਗ ਕਰ ਰਹੇ ਹੋ ਤੁਸੀਂ? ਨਹੀਂ ਜੀ, ਨਹੀਂ, ਤੁਸੀਂ